ਇੱਕ ਤਾਂ ਜਿਹੜਾ ਸਮਾਂ ਆ ਉਹ ਹਮੇਸ਼ਾ ਹੀ ਉਹਨਾਂ ਨੇ ਸਮਾਂ ਰਾਤ ਦਾ ਚੁਣਿਆ। ਜਦੋਂ ਤੁਹਾਡੇ ਕੇਸ ਦਾ ਆਈਓ ਜਿਹੜਾ ਹੁੰਦਾ ਜਾਂਚ ਅਧਿਕਾਰੀ ਹੈਗਾ ਉਹੀ ਨਹੀਂ ਹੈਗਾ, ਤੁਸੀਂ ਕਿਹਦੇ ਕੋਲ ਫਿਰ ਜਾਣਾ? ਇਹ 'ਚ ਕੋਈ ਸ਼ੱਕ ਨਹੀਂ, ਚਾਹੇ ਅਕਾਲੀ ਆ ਜਾਣ ਤੇ ਚਾਹੇ ਕਾਂਗਰਸ ਆ ਗਏ, ਇਸ ਪੁਲਿਸ ਸਿਸਟਮ ਨੂੰ ਆਪਣੇ ਰਾਜਨੀਤਿਕ ਮਫਾਦਾਂ ਲਈ ਵਰਤਦੇ ਆ। ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਜਾਣਬੁੱਝ ਕੇ ਕੀਤੀਆਂ ਗਈਆਂ, ਇਹ 'ਚ ਕੋਈ ਸ਼ੰਕਾ ਨਹੀਂ ਹੈਗੀ। ਜੇਲ੍ਹਾਂ ਦੇ ਵਿੱਚੋਂ ਨਿਕਲਣ ਦਾ ਇੱਕੋ ਇੱਕ ਜਾਂ ਰਾਹਤ ਲੈਣ ਦਾ ਇੱਕੋ ਇੱਕ ਢੰਗ ਹੁੰਦਾ ਵੀ ਤੁਸੀਂ ਬਿਮਾਰੀ ਦਾ ਬਹਾਨਾ ਲਾ ਦਿਓ। ਜਲਿਆਂਵਾਲੇ ਬਾਗ ਦੇ ਵਿੱਚ ਉਹ ਕੰਧ ਅਜੇ ਵੀ ਉਸੇ ਤਰੀਕੇ ਨਾਲ ਬਰਕਰਾਰ ਰੱਖੀ ਗਈ ਸੀ ਜਿੱਥੇ ਜਨਰਲ ਡਾਇਰ ਦੇ ਹੁਕਮਾਂ ਤੋਂ ਚੱਲੀਆਂ ਗੋਲੀਆਂ ਦੇ ਨਿਸ਼ਾਨ ਸੀਗੇ। ਆ ਹੁਣ ਜੇ ਨਵੀਨੀਕਰਨ ਦੇ ਨਾਮ ਤੇ ਉਹ ਸਾਰੀਆਂ ਨਿਸ਼ਾਨੀਆਂ ਜਾਂ ਕਵਰ ਕਰ ਦਿੱਤੀਆਂ ਗਈਆਂ ਜਾਂ ਫਿਰ ਮਿਟਾ ਦਿੱਤੀਆਂ ਗਈਆਂ ਤੇ ਫਿਰ ਇਹਨੂੰ ਅਸੀਂ ਕੀ ਕਵਾਂਗੇ? ਇਤਿਹਾਸ ਨੂੰ ਸਹੇਜਿਆ ਜਾਂ ਇਤਿਹਾਸ ਨੂੰ ਕਤਲ ਕਰ ਦਿੱਤਾ ਸੀ। ਜਿਹੜਾ ਰੰਗ ਇਸ ਦੇਸ਼ ਨੂੰ ਤੇ ਦੇਸ਼ ਦੇ ਇਤਿਹਾਸ ਨੂੰ ਚਾੜਿਆ ਜਾ ਰਿਹਾ ਜੀ, ਉਹ ਬੜਾ ਖਤਰਨਾਕ ਹੈਗਾ। ਕਿਹਾ ਜਾਂਦਾ ਹੈ ਜਿਹੜੇ ਲੋਕ ਆਪਣੇ ਇਤਿਹਾਸ ਨੂੰ ਗੋਲੀ ਨਾਲ ਫੁੰਡਦੇ ਨੇ, ਭਵਿੱਖ ਉਹਨਾਂ ਨੂੰ ਤੋਪ ਦੇ ਗੋਲੇ ਨਾਲ ਫੁੰਡ ਦਿੰਦਾ ਆ। ਭਾਵ ਕਿ ਜੇ ਤੁਸੀਂ ਇਤਿਹਾਸ ਭੁੱਲੋਗੇ ਤਾਂ ਭਵਿੱਖ ਵੀ ਤੁਹਾਡਾ ਧੁੰਦਲਕੇ ਵਾਲਾ ਹੋਏਗਾ। ਇਹ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਸ ਸਮੇਂ ਸਾਡੇ ਮੁਲਕ ਦੇ ਵਿੱਚ ਇਤਿਹਾਸ ਨੂੰ ਵੀ ਜਿਹੜਾ ਆ ਉਹ ਗੋਲੀ ਨਾਲ ਫੁੰਡਿਆ ਜਾ ਰਿਹਾ ਹੈ। ਤੇ ਜਦੋਂ ਭਵਿੱਖ ਦੀ ਗੱਲ ਕਰਦੇ ਆ, ਭਵਿੱਖ ਨੂੰ ਲੈ ਕੇ ਵੀ ਕਈ ਇਸ ਤਰੀਕੇ ਦੇ ਭਰਮ ਭੁਲੇਖੇ ਪਏ ਹੋਏ, ਕੁਝ ਇਦਾਂ ਦੇ ਘਟਨਾਕ੍ਰਮ ਵਾਪਰਦੇ ਨੇ ਜਿਹੜੇ ਕਈ ਸਵਾਲ ਖੜੇ ਕਰ ਜਾਂਦੇ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਸਵਾਲਾਂ ਨੂੰ ਮੁਖਾਤਿਬ ਹੋਈਏ ਔਰ ਉਹਨਾਂ ਦੇ ਜਵਾਬ ਲੱਭਣ ਦੀ ਯਥਾ ਸੰਭਵ ਕੋਸ਼ਿਸ਼ ਕਰੀਏ। ਸੋ ਅੱਜ ਵੀ ਕੁਝ ਗੈਰ ਗੰਭੀਰ ਮੁੱਦੇ ਨੇ। ਪਹਿਲੀ ਤਾਂ ਚਰਚਾ ਕਰਾਂਗੇ ਕਿ ਮੌਜੂਦਾ ਜਿਹੜਾ ਵਰਤਮਾਨ ਹੈ ਤੇ ਇਹਦਾ ਭਵਿੱਖ ਹੈ, ਦੋਨੋਂ ਚੀਜ਼ਾਂ। ਸੁਮੇਧ ਸਿੰਘ ਸੈਣੀ ਦਾ ਮਾਮਲਾ, ਕਿਉਂਕਿ ਇਹ ਮੌਜੂਦਾ ਸਿਆਸਤ ਨੂੰ ਤੇ ਪੰਜਾਬ ਦੇ ਭਵਿੱਖ ਦੀ ਸਿਆਸਤ ਨੂੰ ਬਹੁਤ ਪੀੜੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ। ਇਹਦਾ ਜ਼ਿਕਰ ਕਰਨਾ ਆ ਕਿਉਂਕਿ ਪਟੀਸ਼ਨ ਪੁਰਾਣੀ ਇੱਕ ਰੱਦ ਕੀਤੀ ਹੈ, 2 ਪਟੀਸ਼ਨਾਂ ਨਵੀਆਂ ਸੁਮੇਧ ਸੈਣੀ ਨੇ ਜਿਹੜੀਆਂ ਪਾਈਆਂ ਸੀ ਉਹ ਵਾਪਸ ਲੈ ਲਈਆਂ ਕਿਉਂਕਿ ਥੋੜਾ ਜਿਹਾ ਖਤਰਾ ਸੀ ਕਿ ਉਹ ਵੀ ਰੱਦ ਹੋ ਜਾਣੀਆਂ। ਤੇ ਨਾਲ ਦੀ ਨਾਲ ਗੱਲ ਕਰਾਂਗੇ ਕਿ ਇਤਿਹਾਸ ਨੂੰ ਅਸੀਂ ਕਿਵੇਂ ਬੰਦੂਕ ਦੀ ਗੋਲੀ ਨਾਲ ਫੁੰਡ ਰਹੇ ਹਾਂ। ਜਲਿਆਂਵਾਲੇ ਬਾਗ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਨੇ, 20 ਕਰੋੜ ਖਰਚ ਕੇ ਜਿਹੜਾ ਨਵੀਨੀਕਰਨ ਕੀਤਾ, ਉਹ ਨਵੀਨੀਕਰਨ ਸੱਚਿਓ ਨਵੀਨੀਕਰਨ ਆ ਜਾਂ ਇਤਿਹਾਸ ਦੇ ਉੱਤੇ ਪੋਚਾ ਫੇਰਨ ਦਾ ਕਦਮ ਸਾਬਤ ਹੋਇਆ? ਮੇਰੇ ਨਾਲ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਹੋਰੀ ਮੌਜੂਦ ਨੇ। ਨੌਲੀ ਸਾਹਿਬ, ਸ਼ੁਰੂਆਤ ਆਪਾਂ ਸੁਮੇਧ ਸੈਣੀ ਹੋਰਾਂ ਤੋਂ ਗੱਲ ਕਰ ਲੈਂਦੇ, ਪ੍ਰੈਜ਼ੈਂਟ ਤੋਂ ਗੱਲ ਕਰ ਲੈਂਦੇ, ਇਤਿਹਾਸ ਵੱਲ ਬਾਅਦ ਚ ਜਾਂਦੇ ਹਾਂ। ਪ੍ਰੈਜ਼ੈਂਟ ਦੀ ਗੱਲ ਕਰ ਲਈਏ ਤੇ ਸੈਣੀ ਹੋਰਾਂ ਨੂੰ ਬੜੀ ਰਾਹਤ ਮਿਲੀ। ਪਤਾ ਨਹੀਂ ਲੱਗਦਾ ਸੀਗਾ, ਲੋਕ ਕਈ ਵਾਰੀ ਇਹ ਵੀ ਸੋਚ ਕੇ ਹੈਰਾਨ ਹੁੰਦੇ ਸੀ ਕਿ ਕਿਹੜੀ ਗਿੱਦੜ ਸਿੰਘੀ ਹੈ ਕਿ ਜਿਹੜੀ ਪਟੀਸ਼ਨ ਪਾਈ ਜਾਂਦੀ ਹੈ ਉਹ ਕਬੂਲ ਕਰ ਲਈ ਜਾਂਦੀ ਹੈ। ਕਹਿੰਦੇ ਜੀ ਤੁਹਾਡੇ ਤੇ ਕੇਸ ਨਵਾਂ ਦਰਜ ਕਰਨਾ ਤਾਂ 6 ਮਹੀਨੇ ਮਾਫ ਕਰਨਾ 1 ਹਫ਼ਤਾ ਪਹਿਲਾਂ ਤੁਹਾਨੂੰ ਦੱਸਿਆ ਜਾਏਗਾ, ਜੇ ਤੁਹਾਨੂੰ ਗ੍ਰਿਫਤਾਰ ਕਰਨਾ ਤਾਂ 1 ਹਫ਼ਤਾ ਪਹਿਲਾਂ ਦੱਸਿਆ ਜਾਏਗਾ, ਜੇ ਕੋਈ ਨਵਾਂ ਮਾਮਲਾ ਦਰਜ ਕਰਨਾ ਤਾਂ, ਤੇ ਨਵੇਂ ਮਾਮਲੇ ਦੇ ਵਿੱਚ ਨਵੀਂ ਧਾਰਾ ਜੋੜਨੀ ਆ ਤਾਂ। ਇਹਨਾਂ ਸਾਰਿਆਂ ਮਾਮਲਿਆਂ ਦੇ ਵਿੱਚ ਤਕਰੀਬਨ ਰਾਹਤ ਮਿਲਦੀ ਹੈ। ਇੱਕ ਵਾਰੀ ਗ੍ਰਿਫਤਾਰ ਹੁੰਦਾ ਸੈਣੀ ਤੇ ਗ੍ਰਿਫਤਾਰੀ ਤੋਂ 24 ਘੰਟਿਆਂ ਦੇ ਬਾਅਦ ਹੀ ਜਿਹੜਾ ਉਹ ਜੇਲ੍ਹ ਤੋਂ ਬਾਹਰ ਵੀ ਆ ਜਾਂਦਾ ਹੈ। ਕਹਿੰਦੇ ਸੀ ਪਤਾ ਨਹੀਂ ਕੀ ਗੱਲ ਆ ਕਿ ਸੈਣੀ ਹੋਈ ਜਾਂਦੀ ਆ, ਸਰਕਾਰ ਵੀ ਨਿਹੱਥੀ ਖੜੀ ਨਜ਼ਰ ਆਉਂਦੀ ਹੈ, ਉਹਦੇ ਸਾਹਮਣੇ ਵਿਜੀਲੈਂਸ ਵੀ ਨਿਹੱਥੀ ਖੜੀ ਸਾਹਮਣੇ ਨਜ਼ਰ ਆਉਂਦੀ ਹੈ, ਈਡੀ ਵੀ ਨਿਹੱਥੀ ਸਾਹਮਣੇ ਨਜ਼ਰ ਆਉਂਦੀ ਹੈ ਤੇ ਪੰਜਾਬ ਪੁਲਿਸ ਦੀ ਵੀ ਵਾਹ ਪੇਸ਼ ਨਹੀਂ ਜਾਂਦੀ। ਪਰ ਅੱਜ ਜੋ ਕੁਝ ਅਦਾਲਤ ਦੇ ਵਿੱਚ ਹੋਇਆ, ਹਾਈ ਕੋਰਟ ਦੇ ਵਿੱਚ, ਨਾ ਸਿਰਫ ਸੁਮੇਧ ਸੈਣੀ ਦੀ 2018 ਦੀ ਪਾਈ ਹੋਈ ਪਟੀਸ਼ਨ ਕਿ ਮੇਰੇ ਉਹਨੂੰ ਭਰੋਸਾ ਨਹੀਂ ਹੈ ਮੈਨੂੰ, ਚਾਹੇ ਉਹ ਵਿਜੀਲੈਂਸ ਡਿਪਾਰਟਮੈਂਟ ਹੈ, ਚਾਹੇ ਪੰਜਾਬ ਸਰਕਾਰ ਹੈ ਤੇ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਨੇ, ਕਿਸੇ ਬਾਹਰਲੇ ਸੂਬੇ 'ਚ ਜਾ ਕੇ ਸੁਣਵਾਈ ਕਰਵਾਈ ਜਾਵੇ ਜਾਂ CBI ਤੋਂ ਜਾਂਚ ਕਰਵਾਈ ਜਾਵੇ, ਪੋਲੀਟੀਕਲ ਵੰਡੈਟਾ ਖੇਡਿਆ ਜਾ ਰਿਹਾ, ਉਹ ਅਰਜ਼ੀ ਖਾਰਜ ਕਰ ਦਿੱਤੀ ਅਦਾਲਤ ਨੇ। ਤੇ ਇੱਕ ਅਰਜ਼ੀ ਇਹ ਵੀ ਲਾਈ ਸੀਗੀ ਕਿ ਜਿਹੜੇ ਜੱਜ ਸਾਹਿਬ ਅੱਜ ਰਿਟਾਇਰ ਹੋ ਰਹੇ ਸੀਗੇ, ਉਹ ਜੱਜ ਸਾਹਿਬ ਦੇ ਕੋਲ ਹੀ ਸਾਰੀ ਸੁਣਵਾਈ ਅੱਜੇ ਹੀ ਨਿਪਟਾ ਦਿੱਤੀ ਜਾਵੇ ਉਹਨਾਂ ਦੀ ਰਿਟਾਇਰਮੈਂਟ ਦੇ ਕੋਲੋਂ। ਪਰ ਉਹ ਵੀ ਅਰਜ਼ੀਆਂ ਜਿੱਦਾਂ ਦੀਆਂ ਟਿੱਪਣੀਆਂ ਕੋਰਟ ਦੀਆਂ ਆਈਆਂ ਸੀ ਉਹਦੇ ਤੋਂ ਬਾਅਦ ਵਾਪਸ ਲੈ ਲਈਆਂ ਉਹਨਾਂ ਦੇ ਵਕੀਲ ਨੇ। ਇੱਕ ਝਟਕਾ ਮੰਨਿਆ ਜਾ ਰਿਹਾ ਸੈਣੀ ਹੋਰਾਂ ਨੂੰ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜਸਵੀਰ ਜੀ, ਜਿਹੜੀਆਂ ਉਦੋਂ ਪਹਿਲਾਂ ਕੁਝ ਘਟਨਾਵਾਂ ਜਿਹੜੀਆਂ ਤੇ ਰਾਤ ਵਾਪਰੀਆਂ ਕਿ ਹਾਈ ਕੋਰਟ ਨੇ ਕਿਹਾ ਹੋਇਆ ਸੀ ਸੁਮੇਧ ਸੈਣੀ ਨੂੰ ਵੀ ਜਿਹੜੀ ਵਿਜੀਲੈਂਸ ਦੀ ਜਾਂਚ ਆ ਉਹਦੇ ਵਿੱਚ ਸਹਿਯੋਗ ਕਰੋ ਜਾਣੀ ਕਿ ਜੀ। ਤੇ ਇਹ ਹੁਣ ਸਾਰੇ ਪੁਲਿਸ ਦੇ ਸਿਸਟਮ ਨੂੰ ਜਿਹੜੇ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਕਿ ਸਿਸਟਮ ਜਿਹੜਾ ਚੱਲਦਾ ਕਿੱਦਾਂ ਹੁੰਦਾ ਜੀ। ਤੇ ਜੋ ਤੁਸੀਂ ਦੇਖੋਗੇ ਜਿਹੜਾ ਸੱਚ ਸਾਹਮਣੇ ਆ ਰਿਹਾ CCTV ਕੈਮਰਿਆਂ ਰਾਹੀਂ, ਉਹਦੀ ਜੇ ਫੁਟੇਜ ਨੂੰ ਕੋਖੋਗੇ
ਤਾਂ ਬਹੁਤ ਸਾਰੀਆਂ ਤੁਹਾਨੂੰ ਗੱਲਾਂ ਉਹ ਤੋਂ ਸਪਸ਼ਟ ਹੋ ਜਾਂਦੀਆਂ ਜੀ ਕਿ ਕਿੱਦਾਂ ਇੱਕ ਸਬੂਤ ਬਣਾਉਣ ਦੇ ਲਈ ਵੀ ਵਿਜੀਲੈਂਸ ਦੇ ਦਫ਼ਤਰ ਸੈਣੀ ਸਾਹਿਬ ਆਏ ਸੀਗੇ ਜੀ ਤੇ ਉਹ ਫੋਟੋ ਕਰਾਉਂਦੇ ਆ ਨਾਲ ਇੱਕ ਐਵੇਂ ਜਾਣੀ ਕਿ ਸਧਾਰਨ ਜਿਹੜਾ ਪੁਲਿਸ ਵਾਲਾ ਖੜਾ ਉਹਨੂੰ ਵੀ ਕਹਿੰਦੇ ਵੀ ਨਾਲ ਖੜ ਜਾ ਜਰਾ ਕੇ ਤਾਂ ਕਿ ਲੱਗੇ ਵੀ ਇਹ ਸੈਣੀ ਸਾਹਿਬ ਇੱਥੇ ਦਫ਼ਤਰ ਆਏ ਸੀ ਜੀ। ਇੱਕ ਤਾਂ ਜਿਹੜਾ ਸਮਾਂ ਆ ਉਹ ਹਮੇਸ਼ਾ ਹੀ ਉਹਨਾਂ ਨੇ ਸਮਾਂ ਰਾਤ ਦਾ ਚੁਣਿਆ ਜਦੋਂ ਕਿ ਉੱਥੇ ਕੋਈ ਅਧਿਕਾਰੀ ਨਹੀਂ ਹੁੰਦੇ ਹਨੇਰਿਆਂ ਦੇ ਪਾਂਦੀ ਹੈ ਇਹਦਾ ਮਤਲਬ ਬਿਲਕੁਲ। ਦੇਖੋ ਤੁਸੀਂ ਨਾ ਫਿਰ ਤੁਸੀਂ ਉਹ ਗੱਡੀਆਂ ਫਿਰ ਉਹਦੇ ਵਿੱਚ ਉੱਥੇ ਜੋ ਵਾਪਰਦਾ ਜੀ ਜਦੋਂ ਕਹਿੰਦੇ ਆ ਇਹ ਪਤਾ ਲੱਗਦਾ ਵੀ ਉਹ ਕਹਿੰਦੇ ਆ ਵੀ ਇੱਥੇ ਜਿਹੜੇ ਜਾਂਚ ਜਦੋਂ ਤੁਹਾਡੇ ਕੇਸ ਦਾ ਆਈਓ ਜਿਹੜਾ ਹੁੰਦਾ ਜਾਂਚ ਅਧਿਕਾਰੀ ਹੈਗਾ ਉਹੀ ਨਹੀਂ ਹੈਗਾ ਤੁਸੀਂ ਕਿਹਦੇ ਕੋਲ ਫਿਰ ਜਾਣਾ ਜੀ। ਤੁਸੀਂ ਇੱਕ ਚਲਾਕੀ ਸੀ ਜਿਹਦੀ ਉਹ ਚਲਾਕੀ ਫੜੀ ਵੀ ਗਈ ਤੇ ਉਸ ਚਲਾਕੀ 'ਚ ਸੁਮੇਧ ਸੈਣੀ ਜਲੀਲ ਵੀ ਹੋਇਆ ਤੇ ਇਹ ਜਲਾਲਤ ਪੰਜਾਬ ਦੇ ਸਾਰੇ ਉਹਨਾਂ ਪੁਲਿਸ ਅਫਸਰਾਂ ਨੇ ਦੇਖੀ ਆ ਜਿਹੜੇ ਰਾਜਨੀਤਿਕ ਤੌਰ ਤੇ ਜੀ ਕਾਨੂੰਨ ਮੁਤਾਬਕ ਚੱਲਣ ਦੀ ਥਾਂ ਆਪਣੇ ਰਾਜਨੀਤਿਕ ਬੌਸ ਤੋਂ ਇਸ਼ਾਰਾ ਮਿਲਦਾ ਤਾਂ ਕੰਮ ਕਰਦੇ ਆ। ਅੱਛਾ ਮੈਂ ਇਹਨਾਂ ਵੀਡੀਓ ਦਾ ਵੀ ਆਪਾਂ ਜ਼ਿਕਰ ਕਰਨਾ ਜਿਹੜੀਆਂ ਇਸ ਸਮੇਂ ਖਾਸੀਆਂ ਵਾਇਰਲ ਹੋ ਰਹੀਆਂ ਨੇ ਪਰ ਜਿਹੜਾ ਅਦਾਲਤੀ ਝਟਕਾ ਆ ਜਿਵੇਂ ਮੈਂ ਕਹਿ ਰਿਹਾ ਸੀ ਨਾ ਸ਼ੁਰੂ 'ਚ ਕਿ ਉਹ ਪਤਾ ਨਹੀਂ ਹਰ ਪਾਸਾ ਸਿੱਧਾ ਹੀ ਪੈ ਰਿਹਾ ਸੀ ਸੈਣੀ ਹੋਰਾਂ ਦਾ ਉਹਨਾਂ ਦੇ ਪੱਖ 'ਚ ਹੀ ਫੈਸਲਾ ਆ ਰਿਹਾ ਸੀਗਾ। ਹੁਣ ਜਦੋਂ ਝਟਕਾ ਲੱਗਾ ਆ ਹੁਣ ਜਦੋਂ ਇੱਕ ਗੱਲ ਇਹ ਵੀ ਨਾਲ ਸੋਚਣ ਵਿਚਾਰਨ ਵਾਲੀ ਹੈ ਕਿ ਸੁਮੇਧ ਸਿੰਘ ਸੈਣੀ ਇਸ ਗੱਲ ਹੀ ਕਿਉਂ ਬਜ਼ਿੱਦ ਸੀਗਾ ਕਿ ਇਸੇ ਜੱਜ ਦੇ ਕੋਲ ਮੇਰੀ ਸੁਣਵਾਈ ਹੋਣੀ ਚਾਹੀਦੀ ਹੈ। ਦੇਖੋ ਇਹੋ ਹੀ ਤਾਂ ਗੱਲ ਦੇਖੋ ਆਪਾਂ ਅਦਾਲਤ ਦੇ ਉੱਪਰ ਟਿੱਪਣੀਆਂ ਨਹੀਂ ਕਰ ਸਕਦੇ ਵੀ ਸੈਣੀ ਦੇ ਉੱਤੇ ਟਿੱਪਣੀਆਂ ਕਿਉਂ ਹੀ ਪਾਲਦਾ ਸੀਗਾ। ਮੈਂ ਉਹੀ ਗੱਲ ਤੁਹਾਨੂੰ ਦੱਸਣ ਲੱਗਾ ਵੀ ਇਹ ਗੱਲ ਕਹਿਣੀ ਇਹ ਤਾਂ ਆਮ ਬੰਦਿਆਂ ਦੇ ਕੋਲ ਵੀ ਇਦਾਂ ਦਾ ਕੋਈ ਇਖਤਿਆਰ ਜਾਂ ਅਧਿਕਾਰ ਨਹੀਂ ਹੁੰਦਾ ਵੀ ਕਿਹੜੇ ਜੱਜ ਦੇ ਕੋਲ ਇਹ ਤਾਂ ਇੱਕ ਸਿਸਟਮ ਬਣਿਆ ਹੁੰਦਾ ਜੀ ਵੀ ਤੁਹਾਡਾ ਜਿਹੜਾ ਫੈਸਲਾ ਆ ਤੁਹਾਡੇ ਜਿਹੜਾ ਕੇਸ ਆ ਉਹ ਕਿਹੜੇ ਜੱਜ ਨੇ ਸੁਣਨਾ ਹੈਗਾ ਤੇ ਵਿੱਚ ਉਹ ਬਦਲ ਵੀ ਜਾਂਦੇ ਆ। ਉਹ ਇੱਕ ਅਦਾਲਤ ਦਾ ਆਪਣਾ ਇੱਕ ਸਿਸਟਮ ਹੁੰਦਾ ਜਿਹਦੇ ਰਾਹੀਂ ਕੇਸਾਂ ਦੀ ਅਦਲਾ ਬਦਲੀ ਹੁੰਦੀ ਆ ਜਾਂ ਕਈ ਵਾਰੀ ਜਿਹੜੇ ਜੱਜ ਵੀ ਆ ਉਹ ਕੇਸ ਤੋਂ ਆਪਣੇ ਆਪ ਨੂੰ ਲੰਬੇ ਕਰ ਲੈਂਦੇ ਇਹ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈਗਾ। ਪਰ ਕਦੇ ਕਿਸੇ ਮੁਲਜ਼ਮ ਨੂੰ ਜਿਹੜਾ ਕਿ ਹਜੇ ਦੋਸ਼ੀ ਤਾਂ ਹਜੇ ਸਾਬਤ ਨਹੀਂ ਹੋਇਆ ਪਰ ਜਿੱਦਾਂ ਦੇ ਕੇਸ ਚੱਲ ਰਹੇ ਹੈਗੇ ਹੋ ਸਕਦਾ ਉਹ ਕਿਸੇ ਨਾ ਕਿਸੇ ਕੇਸ ਵਿੱਚ ਫਸ ਜਾਵੇ। ਇਹ ਕਹਿਣਾ ਜਦੋਂ ਕਿ ਉਹ ਜੱਜ ਅੱਜ ਹੀ ਉਹਨਾਂ ਦਾ ਜਾਣੀ ਕਿ ਉਹ ਸੇਵਾ ਮੁਕਤ ਹੁਣ ਹੋ ਚੁੱਕੇ ਆ ਇਹ ਗੱਲ ਕਹਿਣੀ ਕਿ ਇਹਨਾਂ ਦੇ ਕੋਲੋਂ ਹੀ ਸੁਣਵਾਈ ਹੋਵੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲੀਆ ਨਿਸ਼ਾਨ ਲਾਉਂਦਾ ਹੈਗਾ ਅਦਾਲਤ ਦੇ ਕੰਮਕਾਜ ਦੇ ਉੱਪਰ ਜਾਂ ਉਹ ਸਿਸਟਮ ਦੇ ਉੱਪਰ ਜਿਹੜਾ ਕਿ ਲੋਕਾਂ ਨੂੰ ਸ਼ੰਕਾ ਹੈਗੀ ਆ ਵੀ ਵਿੱਚ ਕੁਝ ਬੰਦੇ ਜਿਹੜੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਕਿ ਭ੍ਰਿਸ਼ਟ ਹੈਗੇ ਜਾਂ ਉਹਨਾਂ ਨੂੰ ਤੁਸੀਂ ਮਨਾ ਸਕਦੇ ਆ ਜਾਂ ਪੈਸਾ ਖਰਚ ਸਕਦੇ ਆ ਜਾਂ ਆਪਣਾ ਪ੍ਰਭਾਵ ਵਰਤ ਸਕਦੇ ਆ ਇੱਦਾਂ ਦੇ। ਹਾਲਾਂਕਿ ਇਹਦੇ ਵਿੱਚ ਕੋਈ ਸਬੂਤ ਨਹੀਂ ਹੈਗਾ ਪਰ ਇਹ ਸ਼ੰਕੇ ਖੜੇ ਕਰਦੀਆਂ ਗੱਲਾਂ ਜਿਹਦੇ ਨਾਲ ਲੋਕਾਂ ਦਾ ਜਾਣੀ ਕਿ ਇੱਕ ਤਰ੍ਹਾਂ ਨਾਲ ਭਰੋਸਾ ਜਿਹੜਾ ਹੈਗਾ ਉਹ ਜਾਂ ਉਹਨਾਂ ਦੀ ਸ਼ੰਕਾ ਜਿਹੜੀ ਆ ਉਹ ਵੱਧਦੀ ਹੈਗੀ ਆ ਵੀ ਦਾਲ 'ਚ ਕੁਝ ਨਾ ਕੋਈ ਕਾਲਾ ਹੈਗਾ ਆ ਜਿਹੜਾ ਸੈਣੀ ਸਾਹਿਬ ਇੱਦਾਂ ਜ਼ੋਰ ਪਾ ਰਿਹਾ ਵੀ ਅੱਜ ਹੀ ਹੋਣਾ ਚਾਹੀਦਾ। ਇੱਦਾਂ ਕਿੱਦਾਂ ਹੋਣਾ ਚਾਹੀਦਾ? ਜੇ ਤੁਹਾਨੂੰ ਕਾਨੂੰਨ ਦੇ ਉੱਪਰ ਭਰੋਸਾ ਆ ਜੇ ਤੁਹਾਨੂੰ ਸੰਵਿਧਾਨ ਦੇ ਉੱਪਰ ਭਰੋਸਾ ਫਿਰ ਤਾਂ ਜੱਜ ਜਿਹੜਾ ਮਰਜ਼ੀ ਆ ਜਾਵੇ ਉਹਨਾਂ ਨੇ ਤਾਂ ਕਾਨੂੰਨ ਮੁਤਾਬਕ ਚੱਲਣਾ ਤੁਹਾਡੀ ਹੈਸੀਅਤ ਮੁਤਾਬਕ ਨਹੀਂ ਚੱਲਣਾ। ਉਹ ਮੁਲਜ਼ਮ ਦੀ ਸ਼ਕਲ ਦੇਖ ਕੇ ਨਹੀਂ ਕਰਦੇ ਪਰ ਇੱਥੇ ਸੈਣੀ ਦੇ ਮਾਮਲੇ ਦੇ ਵਿੱਚ ਕੁਝ ਜਿਹੜੇ ਫੈਸਲੇ ਹੋਏ ਨੇ ਉਹ ਲੱਗਦਾ ਵੀ ਜਿੱਦਾਂ ਉਹਨਾਂ ਦੀ ਸ਼ਕਲ ਦੇਖ ਕੇ ਕੀਤੇ ਗਏ। ਅੱਛਾ ਇੱਕ ਚੀਜ਼ ਹੋ ਰਿਹਾ ਸੈਣੀ ਹੋਰੀ ਇਹ ਵੀ ਲਗਾਤਾਰ ਇਲਜ਼ਾਮ ਲਾ ਰਿਹਾ ਕਿ ਵੰਡੈਟਾ ਦੇ ਤਹਿਤ ਮੇਰੇ ਖਿਲਾਫ ਸਾਰਾ ਕੁਝ ਕੀਤਾ ਜਾ ਰਿਹਾ। ਉਹ ਕਹਿੰਦੇ ਨਾ ਮੈਨੂੰ ਵਿਜੀਲੈਂਸ ਤੇ ਭਰੋਸਾ ਆ ਨਾ ਮੈਨੂੰ ਪੰਜਾਬ ਸਰਕਾਰ ਤੇ ਭਰੋਸਾ ਹੈ ਨਾ ਪੰਜਾਬ ਪੁਲਿਸ ਤੇ ਭਰੋਸਾ ਆ ਉਸ ਡਿਪਾਰਟਮੈਂਟ ਜਿਹਦੇ ਉਹ ਮੁਖੀ ਰਹਿ ਚੁੱਕੇ ਆ ਜੀ। ਇਹ ਕੇਸ ਮੇਰਾ ਬਦਲ ਦਿਓ ਕਿਸੇ ਹੋਰ ਸੂਬੇ 'ਚ ਲੈ ਜਾਓ ਉੱਥੇ ਸੁਣਵਾਈ ਕਰੋ ਜਾਂ ਇਹ ਕੇਸ ਮੇਰੇ ਵਾਲਾ CBI ਨੂੰ ਦੇ ਦਿਓ। ਇਦਾਂ ਕਿਉਂ ਬਾਰ-ਬਾਰ ਕਿਹਾ ਜਾ ਰਿਹਾ? ਦੇਖੋ ਜਸਵੀਰ ਜੀ ਬਹੁਤ ਉਹ ਗੱਲਾਂ ਜਿੱਦਾਂ ਵਿਭਾਗਾਂ ਦੇ ਵਿੱਚ ਉਹ ਮੁਖੀ ਰਿਹਾ ਇੱਕ ਤਾਂ DGP ਪੰਜਾਬ ਜਿਸ 'ਚ ਸਾਰੀ ਪੰਜਾਬ ਦੀ ਪੁਲਿਸ ਆ ਜਾਂਦੀ ਹੈ ਇੱਕ ਉਹ ਵਿਜੀਲੈਂਸ ਦੇ ਮੁਖੀ ਰਿਹਾ ਔਰ ਦੋਨੇ ਵਿਭਾਗਾਂ ਦੇ ਭਰੋਸਾ ਨਹੀਂ ਉਹਨਾਂ ਹਾਂ। ਇਹ ਮੈਂ ਕਹਿੰਦਾ ਵੀ ਸੁਮੇਧ ਸੈਣੀ ਉਹਨਾਂ ਨੂੰ ਸਪਸ਼ਟ ਦੱਸਣਾ ਚਾਹੀਦਾ ਵੀ ਇਹਨਾਂ ਦੀ ਕਾਰਵਾਈ ਕਿੱਦਾਂ ਦੀ ਕੰਮ ਕਰਦੇ ਕਿੱਦਾਂ। ਇਹਦਾ ਮਤਲਬ ਉਹਨਾਂ ਦੇ ਮੁਖੀ ਹੁੰਦਿਆਂ ਹੋਇਆਂ ਵੀ ਉਦਾਂ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ। ਬਿਲਕੁਲ ਇਹੋ ਹੀ ਤੁਹਾਨੂੰ ਸੱਚ ਦੱਸਣਾ ਚਾਹੀਦਾ। ਹੁਣ ਜਦੋਂ ਆਪਣੀ ਜਾਨ ਉਹਨਾਂ ਦੀ ਕੜਿੱਕੀ 'ਚ ਫਸ ਗਈ ਸਿਸਟਮ ਤਾਂ ਉਹੀ ਆ ਜੇ ਸਿਸਟਮ ਦੇ ਨੂੰ ਚਲਾਉਂਦੇ ਰਹੇ ਆਪ
ਆਪਣੀ ਮਨਮਰਜ਼ੀ ਨਾਲ ਦੋਨਾਂ ਤਰ੍ਹਾਂ ਦੇ ਵਿੱਚ ਜਦੋਂ ਵੱਡੇ ਰਾਜਨੀਤਿਕ ਆਗੂਆਂ ਨੂੰ ਜਾਂ ਵਿਰੋਧੀਆਂ ਨੂੰ ਤੁਸੀਂ ਫੜਨਾ ਤੇ ਦੋ ਹੀ ਗੱਲਾਂ ਰਾਜਨੀਤਿਕ ਸੱਤਾਧਾਰੀ ਧਿਰ ਕੋਲ ਹੁੰਦੀਆਂ ਜੀ, ਵਿਜੀਲੈਂਸ ਜਾਂ ਫਿਰ ਪੁਲਿਸ ਦਾ ਡੰਡਾ। ਜਾਂ ਭਰਤਿੰਦਰ ਚਹਿਲ ਨਾਲ ਜੋ ਕੁਝ ਕੀਤਾ ਉਹ ਵਾਲਾ ਹਾਲ ਦੇਖ ਕੇ ਕਹਿੰਦੇ ਹੋਣੇ। ਹਾਂਜੀ, ਉਹ ਦੇਖੋ ਇਹਨੂੰ ਇਹ 'ਚ ਕੋਈ ਸ਼ੱਕ ਨਹੀਂ, ਚਾਹੇ ਅਕਾਲੀ ਆ ਜਾਣ ਤੇ ਚਾਹੇ ਕਾਂਗਰਸ ਆ ਗਏ, ਇਸ ਪੁਲਿਸ ਸਿਸਟਮ ਨੂੰ ਆਪਣੇ ਰਾਜਨੀਤਿਕ ਮਫਾਦਾਂ ਲਈ ਵਰਤਦੇ ਆ। ਔਰ ਬੀਜੇਪੀ ਅਕਾਲੀ ਭਾਜਪਾ ਸਰਕਾਰ ਦੌਰਾਨ ਪੁਲਿਸ ਦਾ ਸਿਆਸੀਕਰਨ ਬਹੁਤ ਜ਼ਿਆਦਾ ਹੋਇਆ, ਕਿਉਂਕਿ ਤੁਸੀਂ ਦੇਖੋ ਵੀ ਉਹਨੇ ਡੀਐਸਪੀ ਜਿਹੜਾ ਉਹ ਅੱਗੇ ਜਿੱਦਾਂ ਕਾਨੂੰਨ ਸੀਗਾ ਪੁਲਿਸ ਐਕਟ ਵਿੱਚ ਵੀ ਸੋਧ ਕਰਕੇ ਉਹਨਾਂ ਨੇ ਵਿਧਾਨ ਸਭਾ ਹਲਕੇ ਮੁਤਾਬਕ ਡੀਐਸਪੀ ਲਾਇਆ ਜੀ। ਇਦਾਂ ਪਹਿਲਾਂ ਨਹੀਂ ਸੀ, ਉਹ ਐਕਟ ਵਿੱਚ ਸੋਧ ਇਹਨਾਂ ਨੇ ਕੀਤੀ ਪੁਲਿਸ ਐਕਟ ਵਿੱਚ। ਤੇ ਥਾਣਿਆਂ ਨੂੰ ਵੀ ਇਦਾਂ ਹੀ ਉਹਨਾਂ ਨੇ ਕੀਤਾ ਵੀ ਇੱਕ ਐਮਐਲਏ ਦੇ ਅੰਡਰ ਆਉਣ, ਐਮਐਲਏ ਨੂੰ ਸਲੂਟ ਵੱਜੇ, ਉਹਨਾਂ ਦੀ ਨੌਕਰੀ, ਉਹਨਾਂ ਦੀ ਨਿਯੁਕਤੀ, ਉਹਨਾਂ ਦੀ ਕਾਰਗੁਜ਼ਾਰੀ ਉਹ ਐਮਐਲਏ ਦੇ ਮੁਤਾਬਕ ਜਦੋਂ ਹੋਊਗੀ ਤੇ ਫਿਰ ਕੰਮ ਵੀ ਉਹਦੇ ਮੁਤਾਬਕ ਹੀ ਕਰਨਾ। ਪਿੱਛੇ ਜੇ ਇੱਕ ਆਡੀਓ ਵੀ ਵਾਇਰਲ ਹੋਈ ਸੀ, ਥਾਣੇਦਾਰ ਨੂੰ ਫੋਨ ਗਿਆ ਸੀ, ਕਹਿੰਦੇ ਸਲੂਟ ਮਾਰਨ ਨਹੀਂ ਆਇਆ, ਸਤਿ ਸ੍ਰੀ ਅਕਾਲ ਨਹੀਂ ਕਰਨ ਲਈ ਆਇਆ। ਬਿਲਕੁਲ ਐਮਐਲਏ ਦਾ ਜਿਹੜੀ ਉਹ ਗੱਲਬਾਤ ਵਾਇਰਲ ਹੋਈ ਸੀਗੀ। ਸੋ ਉਹ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਆਪਾਂ ਹੁਣ ਇਹਦੇ ਤੋਂ ਥੋੜਾ ਜਿਹਾ ਨੁਕਤੇ ਤੋਂ ਗਾਂਹ ਆਉਂਦੇ ਆ। ਇੱਕ ਤਾਂ ਇਹ ਥੋੜਾ ਜਿਹਾ ਸਪਸ਼ਟ ਕਰ ਦਿਓ ਕਿ ਹੁਣ ਆਹ ਸਾਰਾ ਕੁਝ ਹੋਣ ਤੋਂ ਬਾਅਦ, ਅਰਜ਼ੀਆਂ ਰੱਦ ਹੋਣ ਤੋਂ ਬਾਅਦ, ਕੇਸ ਅਗਲੇ ਜੱਜ ਦੇ ਕੋਲ ਜਾਣ ਤੋਂ ਬਾਅਦ ਸੈਣੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਤੇ ਨਾਲ ਆ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਜਾਂ ਕੀਤੀਆਂ ਨੇ, ਇਹਨਾਂ ਦੇ ਕੀ ਮਾਇਨੇ ਨਿਕਲਦੇ ਨੇ? ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਇਹ ਕੋਈ ਆਮ ਉੱਥੇ ਤਾਂ ਕਿਸੇ ਘਰ ਦੀ ਤਾਂ ਵੀਡੀਓ ਹੈ ਨਹੀਂ, ਉਹ ਵਿਜੀਲੈਂਸ ਦੇ ਆਫਿਸ ਦੀਆਂ ਵੀਡੀਓ ਹੈਗੀਆਂ। ਇਹ ਤਾਂ ਲੀਕੇਜ ਜਿਹੜੀ ਉਹਦੀ ਜਾਣੀ ਕਿ ਵਾਇਰਲ ਜਿਹੜੀਆਂ ਉਹ ਕੀਤੀਆਂ ਗਈਆਂ, ਜਾਣਬੁੱਝ ਕੇ ਕੀਤੀਆਂ ਗਈਆਂ, ਇਹ 'ਚ ਕੋਈ ਸ਼ੰਕਾ ਨਹੀਂ ਹੈਗੀ। ਨਹੀਂ ਤਾਂ ਸਰਕਾਰ ਇਹਦੀ ਜਾਂਚ ਕਰਾਵੇ, ਦੱਸੇ ਤੇ ਕੌਣ ਬੰਦਾ ਹੈਗਾ ਜਿਹੜਾ ਉਹ ਲੀਕ ਕਰ ਰਿਹਾ ਹੈਗਾ। ਇਹਦੇ ਨਾਲ ਇੱਕ ਬਹੁਤ ਹੀ ਆਪਣੇ ਜਸਵੀਰ ਜੀ ਮੈਸੇਜ ਕਲੀਅਰ ਜਾਂਦਾ ਜੀ, ਜਿਹੜੇ ਦੂਜੇ ਉਹ ਪੁਲਿਸ ਅਫਸਰ ਜਿਹੜੇ ਆਪਣੇ ਰਾਜਨੀਤਿਕ ਆਗੂਆਂ ਦੇ ਇਸ਼ਾਰਿਆਂ ਤੇ ਚੱਲਦੇ ਆ ਤੇ ਗਲਤ ਕੰਮ ਕਰਦੇ ਆ, ਵੀ ਤੁਹਾਨੂੰ ਇੱਦਾਂ ਦੀ ਜਲਾਲਤ ਭਰੀ ਜ਼ਿੰਦਗੀ ਜਿਹੜੀ ਆ ਜਾਂ ਇੱਦਾਂ ਦੇ ਜਲਾਲਤ ਭਰੇ ਸਮੇਂ ਦੇ ਵਿੱਚੋਂ ਨਿਕਲਣਾ ਪੈਣਾ। ਤੁਸੀਂ ਦੇਖੋ ਵੀ ਉਹ ਕਿੱਦਾਂ ਜਿਹੜਾ ਆਮ ਸਧਾਰਨ ਜਿਹੜੇ ਪੁਲਿਸ ਵਾਲੇ ਬੰਦੇ ਸੀ, ਇੱਕ ਜਿਹੜਾ ਆਪਣੇ ਸਮੇਂ ਦੇ ਵਿੱਚ ਸੁਪਰ ਕਾਪ ਰਿਹਾ ਹੋਵੇ ਤੇ ਉਹਨੂੰ ਜਿੱਦਾਂ ਫੜ ਕੇ ਲਿਆਉਂਦੇ ਆ, ਧੂ ਕੇ ਲਿਆਉਂਦੇ ਆ, ਇਦਾਂ ਦੀ ਜਲਾਲਤ ਅੱਜ ਤੱਕ ਕਿਸੇ ਡੀਜੀਪੀ ਦੀ ਹੋਈ ਦੇਖੀ ਨਹੀਂ ਲੋਕਾਂ ਨੇ। ਤੇ ਕਿਸੇ ਡੀਜੀਪੀ ਨੇ ਜੇਲ੍ਹ 'ਚ ਇਦਾਂ ਦਾ ਡਰਾਮਾ ਜਿਹਾ ਵੀ ਨਹੀਂ ਕੀਤਾ ਹੋਣਾ? ਬਿਲਕੁਲ, ਤੁਸੀਂ ਦੇਖੋ ਚੰਗਾ ਭਲਾ ਬੰਦਾ ਬੈਠਾ ਹੋਵੇ ਤੇ ਫਿਰ ਉਹ ਜਿਹੜਾ ਐਡਾ ਤਾਕਤਵਰ ਰਿਹਾ ਹੋਵੇ ਤੇ ਇੰਨੀ ਕਮਜ਼ੋਰੀ ਦਿਖਾਵੇ। ਉਹ ਦੇਖੋ ਜੇਲ੍ਹਾਂ ਦੇ ਵਿੱਚੋਂ ਨਿਕਲਣ ਦਾ ਇੱਕੋ ਇੱਕ ਜਾਂ ਰਾਹਤ ਲੈਣ ਦਾ ਇੱਕੋ ਇੱਕ ਢੰਗ ਹੁੰਦਾ ਵੀ ਤੁਸੀਂ ਬਿਮਾਰੀ ਦਾ ਬਹਾਨਾ ਲਾ ਦਿਓ। ਨਹੀਂ, ਪਰ ਬਿਮਾਰੀ ਦੀ ਗੱਲ ਅਦਾਲਤ 'ਚ ਕੀਤੀ ਨਹੀਂ, ਜਦੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ, ਬਾਹਰ ਰਿਹਾ ਹੋ। ਬਿਲਕੁਲ ਉਹੀ ਤਾਂ ਗੱਲ ਤੁਸੀਂ ਦੇਖੋ ਵੀ ਉੱਥੇ ਇੱਕਦਮ ਜਾਣੀ ਕਿ ਇਦਾਂ ਦਾ ਉਹ ਹੋਇਆ ਤੇ ਸਾਰੇ ਬੰਦੇ ਦੌੜਦੇ, ਜੇ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਵੀ ਕਿੱਦਾਂ ਬੈਠੇ ਬੈਠੇ ਉਹ ਡਿੱਗ ਪੈਂਦੇ ਆ ਤੇ ਦੂਜੇ ਬੰਦਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ। ਇਹ ਸਾਨੂੰ ਹਾਲਾਂਕਿ ਸੱਚ ਵੀ ਹੋ ਸਕਦਾ, ਕਿਉਂਕਿ ਜਿੱਦਾਂ ਦੀ ਜਲਾਲਤ ਦਾ ਸਾਹਮਣਾ ਕਰਨਾ ਪਿਆ, ਹੋ ਸਕਦਾ ਉਹਦੇ ਜੇ ਕੋਈ ਜ਼ਮੀਰ ਜਾਗਦੀ ਹੋਵੇ ਬੰਦੇ ਦੀ ਕਿਸੇ ਦੇ ਵੀ, ਉਹ ਫਿਰ ਮਨ ਤੇ ਅਸਰ ਤਾਂ ਉਹ ਕਰਦੀ ਹੈਗੀ ਆ। ਜਿੱਦਾਂ ਦੇ ਦੌਰ ਚੋਂ ਲੰਘਣਾ ਪਿਆ, ਇਹਦੇ ਨਾਲ ਦੂਜੇ ਪੁਲਿਸ ਅਫਸਰਾਂ ਨੂੰ ਇੱਕ ਵਾਰੀ ਤਾਂ ਕੰਨ ਹੋ ਗਿਆ, ਜੇ ਉਹਨਾਂ ਦੇ ਮਾੜੇ ਮੋਟੇ ਅੰਸ਼ ਉਹਨਾਂ ਦੇ ਜ਼ਮੀਰ ਦਾ ਹੈਗਾ ਤਾਂ ਬਈ ਜੇ ਤੁਸੀਂ ਕਾਨੂੰਨ ਮੁਤਾਬਕ ਚੱਲਦੇ ਆ, ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ ਰਹਿੰਦਾ, ਚਾਹੇ ਜਿਹੜਾ ਮਰਜ਼ੀ ਪੋਲੀਟੀਕਲ ਬੌਸ ਤੁਹਾਡਾ ਹੋਵੇ। ਤੁਸੀਂ ਜਦੋਂ ਕਾਨੂੰਨ ਮੁਤਾਬਕ ਚੱਲਣਾ, ਫਿਰ ਤੁਹਾਨੂੰ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੁੰਦੀ। ਪਰ ਹੁਣ ਜਦੋਂ ਕਾਨੂੰਨ ਦੇ ਮੁਤਾਬਕ ਕਾਰਵਾਈ ਹੋ ਰਹੀ ਹੈ, ਸੁਮੇਧ ਸਿੰਘ ਸੈਣੀ ਦੇ ਮਾਮਲੇ ਨੂੰ ਅੱਗੇ ਵਧਦਾ ਦੇਖਦੇ ਆ, ਸੈਣੀ ਦਾ ਭਵਿੱਖ ਕਿਹੋ ਜਿਹਾ ਦੇਖਦੇ? ਮੁਸ਼ਕਲਾਂ ਵਧਣਗੀਆਂ ਜਾਂ ਘਟਣਗੀਆਂ? ਬਿਲਕੁਲ ਜੀ, ਦੇਖੋ ਇਹਦੇ ਵਿੱਚ ਤਾਂ ਜਸਵੀਰ ਜੀ ਜਿਹੜਾ ਕੇਸ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਹੈਗਾ, ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਉਹਦੇ ਠੋਸ ਸਬੂਤ ਹੈਗੇ ਆ। ਸਰਕਾਰ ਦੀ ਨਮੋਛੀ ਵੀ ਬੜੀ ਹੋਈ ਆ, ਜਦੋਂ ਫੜਿਆ ਸੀ ਤੇ ਅੱਧੀ ਰਾਤ ਨੂੰ ਉਹਨੂੰ ਛੱਡਣਾ ਪੈ ਗਿਆ ਸੀ। ਉਹ ਸਰਕਾਰ ਦੀ ਕਿਰਕਰੀ ਪੂਰੀ ਹੋਈ ਹੈ, ਜਦ ਕਿ ਸਰਕਾਰ ਇਸ ਹਿਸਾਬ ਨਾਲ ਉਹਨੂੰ ਫੜਿਆ ਸੀ ਵੀ ਹੁਣ ਅੜ ਕੇ ਆ ਗਿਆ ਤੇ ਇਹਦੇ ਸਾਰੇ ਕੇਸ ਅਸੀਂ ਖੋਲਾਂਗੇ ਤੇ ਹੁਣ ਜੇਲ੍ਹ ਵਿੱਚ ਹੀ ਰਹਿਣਾ ਪਊਗਾ ਇਹਨੂੰ, ਪਰ ਉਹ ਨਿਕਲ ਗਿਆ ਬਚ ਕੇ। ਪਰ ਹੁਣ ਜਿੱਦਾਂ ਦੇ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਬੜੀਆਂ ਸਖਤ, ਉਹਦੇ ਨਾਲ ਇਹ ਗੱਲ ਸਾਫ਼ ਹੋ ਗਈ। ਦੇਖੋ ਇੱਕ ਜਿਹੜੀ ਗੱਲ ਤੁਸੀਂ ਪਹਿਲਾਂ ਵੀ ਕੀਤੀ ਹੈਗੀ ਆ ਵੀ ਫੜਨ ਤੋਂ ਪਹਿਲਾਂ ਦੱਸੋ, ਕੇਸ ਦਰਜ ਕਰਨ ਤੋਂ ਪਹਿਲਾਂ ਦੱਸੋ, ਇਹਦੇ ਤੇ
ਇੱਕ ਸ਼ੰਕਾ ਜੀ ਪੈਦਾ ਹੁੰਦੀ ਹੈ ਵੀ ਇਦਾਂ ਦੀ ਰਾਹਤ ਕਿਸੇ ਆਮ ਆਦਮੀ ਨੂੰ ਨਹੀਂ ਮਿਲੀ, ਜਾਂ ਕੋਈ ਇਦਾਂ ਦੀ ਉਦਾਹਰਣ ਅੱਜ ਤੱਕ ਸਾਹਮਣੇ ਇਦਾਂ ਦੀ ਨਹੀਂ ਆਈ ਜਿਹੜਾ ਆਮ ਕੇਸ ਬਹੁਤ ਸਾਰੇ ਲੋਕਾਂ ਦੇ ਚੱਲਦੇ ਆ, ਲੱਖਾਂ ਦੇ ਤਾਦਾਦ ਦੇ ਵਿੱਚ ਅਦਾਲਤਾਂ ਦੇ ਵਿੱਚ ਕੇਸ ਪਏ ਆ। ਆਪਾਂ ਐਮਐਲਏ ਜਾਂ ਐਮਪੀ ਦੇ ਤਾਂ ਵਿਸ਼ੇਸ਼ ਅਧਿਕਾਰ ਜਾਣੇ ਆ ਕਿ ਜਦੋਂ ਵਿਧਾਨ ਸਭਾ ਦਾ ਜਾਂ ਸਦਨ ਦਾ ਕੋਈ ਇਜਲਾਸ ਚੱਲਦਾ ਹੁੰਦਾ ਤਾਂ ਗ੍ਰਿਫਤਾਰੀਆਂ ਨਹੀਂ ਹੋ ਸਕਦੀਆਂ ਇਹਨਾਂ ਦੀਆਂ, ਇਹ ਇਹਨਾਂ ਦਾ ਵਿਸ਼ੇਸ਼ ਅਧਿਕਾਰ ਹੁੰਦਾ। ਭਾਵੇਂ ਅਪਰਾਧਿਕ ਜਿਹੜੇ ਉਹ ਮਾਮਲੇ ਹੁੰਦੇ ਉਹਨਾਂ ਦੇ ਵਿੱਚ ਜਦੋਂ ਇਜਲਾਸ ਚੱਲਦਾ ਹੋਵੇ ਉਸ ਇਜਲਾਸ ਦੇ ਅੱਗੇ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇਹ ਕੁਝ ਵਿਸ਼ੇਸ਼ ਅਧਿਕਾਰ ਮਿਲੇ, ਪਰ ਪੁਲਿਸ ਵਾਲਿਆਂ ਦੇ ਵਿਸ਼ੇਸ਼ ਅਧਿਕਾਰ ਸਾਬਕਾ ਪੁਲਿਸ ਅਫਸਰਾਂ ਦੇ ਵਿਸ਼ੇਸ਼ ਅਧਿਕਾਰ ਨਹੀਂ। ਉਹਨਾਂ ਦੇ ਉੱਤੇ ਕਈ ਤਰੀਕੇ ਦੇ ਸ਼ੰਕੇ ਪੈਦਾ ਹੋਏ, ਪਰ ਹੁਣ ਮੁਸ਼ਕਲਾਂ ਵਧਣਗੀਆਂ ਕਿਉਂਕਿ ਦਿੱਲੀ ਦੇ ਵਿੱਚ ਵੀ ਤਲਬ ਕਰ ਲਿਆ ਗਿਆ ਹੈ ਸਿੱਟ ਦੇ ਵੱਲੋਂ, ਔਰ ਇਹ ਕਿਹਾ ਜਾ ਰਿਹਾ ਹੈ ਕਿ ਸੁਮੇਧ ਸੈਣੀ ਦੇ ਆਵਾਜ਼ ਦੇ ਨਮੂਨੇ ਲੈ ਜਾਣਗੇ ਕਿਉਂਕਿ ਕੋਟਕਪੂਰਾ ਗੋਲੀकांड ਦੇ ਸਮੇਂ 50 ਤੋਂ ਵੱਧ ਵਾਰ ਸੁਮੇਧ ਸੈਣੀ ਦੇ ਟੈਲੀਫੋਨ ਤੋਂ ਗੱਲਬਾਤ ਕੀਤੀ ਗਈ ਹੈ ਤੇ ਕੁਝ ਰਿਕਾਰਡਿੰਗਸ ਵੀ ਪਹੁੰਚ ਗਈਆਂ ਨੇ ਸਿੱਟ ਦੇ ਕੋਲ, ਜਿਨ੍ਹਾਂ ਦੇ ਨਾਲ ਮਿਲਾਨ ਸੁਮੇਧ ਸੈਣੀ ਦੀ ਆਵਾਜ਼ ਦਾ ਕੀਤਾ ਜਾਏਗਾ। ਸੋ ਇੱਕ ਪਾਸੇ ਕੋਟਕਪੂਰਾ ਗੋਲੀकांड ਦਾ ਕੇਸ, ਦੂਜੇ ਪਾਸੇ ਆਮਦਨ ਤੋਂ ਵੱਧ ਸੰਪत्ति ਦਾ ਕੇਸ, ਤੀਜੇ ਪਾਸੇ ਮੁਲਤਾਨੀ ਕੇਸ, ਚੌਥੇ ਪਾਸੇ ਹੋਰ 2-3 ਕੇਸ ਇਹੋ ਜਿਹੇ ਨੇ ਜਿਹੜੇ ਆਲੇ ਦੁਆਲੇ ਘੇਰਾ ਘੱਤੀ ਖੜੇ ਨੇ ਸੁਮੇਧ ਸੈਣੀ ਦੇ। ਫਿਲਹਾਲ ਇਸ ਜਾਲ ਦੇ ਵਿੱਚੋਂ ਨਿਕਲ ਪਾਉਂਦੇ ਨੇ ਸੁਮੇਧ ਸੈਣੀ ਹੋਰੀ ਜਾਂ ਨਹੀਂ ਨਿਕਲ ਪਾਉਂਦੇ, ਇਹ ਵਕਤ ਦੱਸੇਗਾ, ਪਰ ਇਸ ਸਮੇਂ ਮੁਸ਼ਕਲਾਂ ਜ਼ਰੂਰ ਵਧੀਆਂ ਹੋਈਆਂ। ਦੂਜਾ ਨੁਕਤਾ ਬੜਾ ਅਹਿਮ ਹੈ, ਦੂਜਾ ਨੁਕਤਾ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਜਲਿਆਂਵਾਲੇ ਬਾਗ ਦੀ ਘਟਨਾ, ਜਿਹਦਾ ਐਨੀ ਦਿਨੀ ਬਹੁਤ ਜ਼ਿਆਦਾ ਜ਼ਿਕਰ ਕੀਤਾ ਜਾ ਰਿਹਾ। ਕਾਰਨ ਬਸਤਾੜਾ ਟੋਲ ਪਲਾਜ਼ਾ ਹਰਿਆਣੇ ਦੇ ਵਿੱਚ ਜਿੱਦਾਂ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਉਸ ਬਰਬਰਤਾ ਨੂੰ ਜਲਿਆਂਵਾਲੇ ਬਾਗ ਦੇ ਸਾਕੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਉਸੇ ਦਿਨ ਜਦੋਂ ਇੱਕ ਪਾਸੇ ਲਾਠੀ ਚਾਰਜ ਹੋ ਰਿਹਾ ਸੀ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਨਲਾਈਨ ਵਰਚੁਅਲ ਤਰੀਕੇ ਨਾਲ ਇਸ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਦੇ ਬਾਅਦ ਇਹਦਾ ਉਦਘਾਟਨ ਕਰ ਰਹੇ ਸੀਗੇ। ਸੋ ਹੁਣ ਚਰਚਾ ਚੱਲੀ ਹੈ ਕਿ ਉਦਘਾਟਨ ਕਰਨ ਤੋਂ ਬਾਅਦ ਜਦੋਂ ਇਹ ਜਲਿਆਂਵਾਲਾ ਬਾਗ ਖੋਲਿਆ ਗਿਆ, ਕਹਿੰਦੇ ਜੀ ਇਤਿਹਾਸ ਨਾਲ ਛੇੜਖਾਨੀ ਕੀਤੀ ਗਈ ਆ। ਬਹੁਤ ਸਾਰੀਆਂ ਥਾਵਾਂ ਜਿਹੜੀਆਂ ਇਤਿਹਾਸਕ ਸੀ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਜਾਂ ਢੱਕ ਦਿੱਤਾ ਗਿਆ ਜਾਂ ਉਹਨਾਂ ਦੇ ਅੱਗੇ ਲੇਜ਼ਰ ਲਗਾ ਦਿੱਤੀਆਂ ਗਈਆਂ, ਲਾਈਟਸ ਲਗਾ ਦਿੱਤੀਆਂ ਗਈਆਂ, ਜਿਹਦੇ ਨਾਲ ਇਤਿਹਾਸ ਤਾਂ ਉਹਦੇ ਵਿੱਚ ਰਿਹਾ ਨਹੀਂ। ਇੱਥੋਂ ਤੱਕ ਕਿ ਅੰਗਰੇਜ਼ ਇੱਕ ਇਤਿਹਾਸਕਾਰ ਨੇ ਵੀ ਇਹ ਟਿੱਪਣੀ ਕਰ ਦਿੱਤੀ ਆ, ਉਹ ਕਹਿੰਦੇ 1919 ਦੇ ਵਿੱਚ ਜਿਹੜੀ ਇਤਿਹਾਸਕ ਘਟਨਾ ਨੂੰ ਸਾਂਭੀ ਬੈਠਾ ਸੀ ਜਲਿਆਂਵਾਲਾ ਬਾਗ, ਉਹ ਇਤਿਹਾਸਕ ਘਟਨਾ ਵੀ ਹੁਣ ਇਤਿਹਾਸ ਬਣਾ ਦਿੱਤੀ ਗਈ ਹੈ ਉਹਦੇ ਵਿੱਚ ਤਬਦੀਲੀਆਂ ਕਰਕੇ। ਹੁਣ ਇਤਿਹਾਸ ਦੇ ਵਿੱਚ ਹੀ ਪੜ੍ਹਿਆ ਜਾਏਗਾ ਇਹਦੇ ਬਾਰੇ। ਨੌਲੀ ਸਾਹਿਬ, ਇਹ ਬਹੁਤ ਵੱਡੀ ਘਟਨਾਕ੍ਰਮ ਹੈ। ਰਾਹੁਲ ਗਾਂਧੀ ਟਵੀਟ ਕਰਦੇ ਕਿ ਮੈਂ ਇਸ ਤਬਦੀਲੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਕਿ ਤੁਸੀਂ ਇਤਿਹਾਸ ਨੂੰ ਮਾਰ ਕੇ ਰੱਖ ਦਿੱਤਾ ਹੈ। ਜੋ ਇਤਿਹਾਸ ਸੀ ਇੱਥੇ ਤਾਂ ਅਸੀਂ ਇਤਿਹਾਸ ਨੂੰ ਸਾਂਭਦੇ ਹਾਂ ਕਿ ਉਹ ਇਨ ਬਿਨ ਉਹਦਾ ਸਾਂਭਿਆ ਰਵੇ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਦੋਂ ਉਹਨੂੰ ਢਹਿ ਢੇਰੀ ਕੀਤਾ, ਬੜੀਆਂ ਚੀਜ਼ਾਂ ਨਵੀਆਂ ਬਣਾਤੀਆਂ, ਪਰ ਉੱਥੇ ਇੱਕ ਦੀਵਾਰ ਇਹੋ ਜਿਹੀ ਰੱਖੀ ਗਈ ਹੈ ਜਿਹੜੀ ਉਹਦੀਆਂ ਨਿਸ਼ਾਨੀਆਂ ਸਾਂਭੀ ਰੱਖੀ ਹੈ। ਜਲਿਆਂਵਾਲੇ ਬਾਗ ਦੇ ਵਿੱਚ ਉਹ ਕੰਧ ਅਜੇ ਵੀ ਉਸੇ ਤਰੀਕੇ ਨਾਲ ਬਰਕਰਾਰ ਰੱਖੀ ਗਈ ਸੀ ਜਿੱਥੇ ਜਨਰਲ ਡਾਇਰ ਦੇ ਹੁਕਮਾਂ ਤੋਂ ਚੱਲੀਆਂ ਗੋਲੀਆਂ ਦੇ ਨਿਸ਼ਾਨ ਸੀਗੇ। ਆ ਹੁਣ ਜੇ ਨਵੀਨੀਕਰਨ ਦੇ ਨਾਮ ਤੇ ਉਹ ਸਾਰੀਆਂ ਨਿਸ਼ਾਨੀਆਂ ਜਾਂ ਕਵਰ ਕਰ ਦਿੱਤੀਆਂ ਗਈਆਂ ਜਾਂ ਫਿਰ ਮਿਟਾ ਦਿੱਤੀਆਂ ਗਈਆਂ, ਤੇ ਫਿਰ ਇਹਨੂੰ ਅਸੀਂ ਕੀ ਕਵਾਂਗੇ? ਇਤਿਹਾਸ ਨੂੰ ਸਹੇਜਿਆ ਜਾਂ ਇਤਿਹਾਸ ਨੂੰ ਕਤਲ ਕਰ ਦਿੱਤਾ ਸੀ। ਜਸਵੀਰ ਜੀ ਦੇਖੋ, ਜਦੋਂ ਦੀ ਇਹ ਸਰਕਾਰ ਬਣੀ ਹੈਗੀ ਹੈ 2014 ਤੋਂ ਬਾਅਦ ਦੇਸ਼ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ, ਜਿਹੜੀਆਂ ਕਿ ਜਿਹਦੇ ਸਿੱਟੇ ਜਿਹੜੇ ਆ ਬੜੇ ਭਿਆਨਕ ਨਿਕਲ ਰਹੇ ਆ। ਇਹ ਜਿਹੜਾ ਰੰਗ ਇਸ ਦੇਸ਼ ਨੂੰ ਤੇ ਦੇਸ਼ ਦੇ ਇਤਿਹਾਸ ਨੂੰ ਚਾੜਿਆ ਜਾ ਰਿਹਾ ਜੀ, ਉਹ ਬੜਾ ਖਤਰਨਾਕ ਹੈਗਾ ਜੀ। ਇਹ ਹੁਣ ਜੇ ਆਪਾਂ ਗੱਲ ਜਿਹੜੀ ਜਲਿਆਂਵਾਲੇ ਬਾਗ ਦੀ ਕਰ ਲਈਏ, ਜਦੋਂ 100 ਸਾਲ ਹੋਏ ਸੀ ਜੀ 2019 ਦੇ ਵਿੱਚ, ਮੈਂ ਉੱਥੇ ਗਿਆ ਵੀ ਸੀ, ਦੇਖਿਆ ਵੀ ਸੀ ਵੀ ਸ਼ਤਾਬਦੀ ਜਿਹੜੀ ਆ ਉਹ ਕਿਸ ਤਰ੍ਹਾਂ ਢੰਗ ਨਾਲ ਮਨਾਈ ਜਾਂਦੀ ਹੈ। ਪਰ ਹੁਣ 102 ਸਾਲ ਹੋ ਗਏ ਆ ਤੇ 1.5 ਸਾਲ ਤੋਂ ਲਗਭਗ 1.5 ਪੌਣੇ 2 ਸਾਲ ਤੋਂ ਜਲਿਆਂਵਾਲਾ ਬਾਗ ਬੰਦ ਪਿਆ ਸੀ ਨਵੀਨੀਕਰਨ ਦੇ ਨਾਂ 'ਤੇ। ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਵੱਡੀਆਂ ਕੀਤੀਆਂ ਗਈਆਂ ਕਿ ਜਿਹੜੀ ਉਹਦੀ ਆਤਮਾ ਹੈਗੀ ਆ ਉਹ ਮਾਰ ਦਿੱਤੀ ਗਈ ਜੀ। ਇੱਕ ਜਿਹੜਾ ਪ੍ਰਤੀਕ ਸੀਗਾ ਜਿਹੜਾ ਸਾਨੂੰ ਸ਼ਹਾਦਤ ਨੂੰ, ਇਸ ਨੂੰ ਯਾਦ ਕਰਾਉਂਦਾ ਸੀ ਵੀ ਜੇ ਗੋਲੀਆਂ ਦੇ ਨਿਸ਼ਾਨ 100 ਸਾਲ ਤੱਕ ਸਾਂਭੇ ਗਏ ਸੀਗੇ, ਉਹ ਹਮੇਸ਼ਾ ਸਾਨੂੰ ਇਸ ਦੇਸ਼ ਦੇ ਲੋਕਾਂ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਕਾਨੂੰਨਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਸੀ, ਉਹਦੇ ਵਿਰੋਧ ਵਿੱਚ ਜਿਹੜਾ ਇਕੱਠ ਉੱਥੇ ਹੋਇਆ ਸੀਗਾ ਜੀ, ਉਹ ਆਹੇ ਜਿੱਦਾਂ ਕਾਨੂੰਨ ਜਿਹੜੇ ਹੁਣ ਲੈ ਕੇ ਆਏ ਆ, ਉਦੋਂ ਵੀ ਅੰਗਰੇਜ਼ ਜਿਹੜੇ ਕਾਨੂੰਨ ਇਦਾਂ ਹੀ ਲੈ ਕੇ ਆਏ ਸੀ ਤੇ ਉਹਨਾਂ ਕਾਨੂੰਨਾਂ ਦਾ ਜਿਹੜਾ ਵਿਰੋਧ ਆ ਉਹ ਦੇਸ਼ ਦੇ ਲੋਕ ਕਰ ਰਹੇ ਸੀ ਤੇ ਉੱਥੇ ਇਕੱਠ ਕੀਤਾ ਗਿਆ ਸੀ ਜਦੋਂ ਕਿ ਅੰਨ੍ਹੇਵਾਹ ਗੋਲੀ ਚਲਾਈ ਗਈ। ਜਿਹੜਾ
ਉਸ ਬਾਗ ਨੂੰ ਜਾਣ ਵਾਲਾ ਰਾਹ ਇੱਕੋ ਇੱਕ ਸੀ ਜੀ। ਉਹ ਸਧਾਰਨ ਰਾਹ ਜਿਹੜਾ ਉਹ ਤੁਹਾਨੂੰ ਯਾਦ ਕਰਾਉਂਦਾ ਬਿਲਕੁਲ ਕਲੀਅਰ ਸਾਫ਼। ਉਹਦੀ ਜੇ ਤੁਸੀਂ ਪੁਰਾਣੀ ਤਸਵੀਰ ਦੇਖੋਗੇ ਤੁਹਾਡਾ ਮਨ ਜਿਹੜਾ ਉਦੋਂ ਹੀ ਖੋਲਦਾ ਵੀ ਇਦਾਂ ਦਾ ਜਿਹਨੂੰ ਗਲਿਆਰਾ ਵੀ ਕਹਿੰਦੇ ਜਿਹਨੂੰ ਜੀ ਐਂਟਰ ਕਰਦੇ। ਹਾਂਜੀ ਬਿਲਕੁਲ ਉਹ ਇੱਕੋ ਗਲੀ ਸੀਗੀ ਉਸ ਬਾਗ ਦੇ ਵਿੱਚ ਦਾਖਲ ਹੋਣ ਵਾਲੀ ਤੇ ਨਿਕਲਣ ਵਾਲੀ ਵੀ। ਉੱਥੇ ਬਾਗ ਉਹਦੇ ਦੋਨੇ ਪਾਸੇ ਉਸ ਗਲੀ ਦੀਆਂ ਜਿਹੜੀਆਂ ਇਤਿਹਾਸਕ ਕੰਧਾਂ ਨੇ ਉਹਦੇ ਤੇ ਹੁਣ ਤਸਵੀਰਾਂ ਲਾ ਦਿੱਤੀਆਂ ਗਈਆਂ ਨੇ ਪੱਥਰ ਦੀਆਂ, ਜਿੱਦਾਂ ਮੂਰਤੀਆਂ ਬਣਾ ਕੇ ਕਿਸੇ ਢੰਗ ਨਾਲ ਉਹ ਆਪਣੇ ਢੰਗ ਨੂੰ ਇਦਾਂ ਲੱਗਦਾ ਵੀ ਉਹਨੂੰ ਸਜਾ ਦਿੱਤਾ ਗਿਆ ਤੇ ਇਤਿਹਾਸਕ ਘਟਨਾਵਾਂ ਦਾ ਵਰਣਨ ਉੱਤੇ ਕਰ ਦਿੱਤਾ ਗਿਆ ਜੀ। ਪਰ ਉਸ ਗਲੀ ਦੀ ਮਹੱਤਤਾ ਨੂੰ ਘਟਾ ਦਿੱਤਾ ਗਿਆ। ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੈਗੀਆਂ ਉਹਨਾਂ ਨੂੰ ਇਸੇ ਢੰਗ ਨਜ਼ਰੀਏ ਨਾਲ ਦੇਖਣਗੀਆਂ। ਮਤਲਬ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਕਿ ਇੱਥੇ ਇੱਕ ਗਲੀ ਹੁੰਦੀ ਸੀ। ਬਿਲਕੁਲ ਜੀ। ਇੱਥੇ ਗੋਲੀਆਂ ਦੇ ਨਿਸ਼ਾਨ ਹੁੰਦੇ ਸੀ ਜੀ। ਆਹ ਖੂਹ ਸੀ ਜਿੱਥੇ ਛਾਲਾਂ ਮਾਰੀਆਂ ਸੀ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ, ਪਰ ਇਹ ਖੂਹ ਵੀ ਉਹਨਾਂ ਦੀਆਂ ਜਾਨਾਂ ਨੂੰ ਨਿਕਲ ਗਿਆ। ਸਾਰੀਆਂ ਚੀਜ਼ਾਂ ਦੇ ਨਾਲ ਸੀਲ ਲੱਗ ਜਾਏਗਾ ਤੇ ਉੱਥੇ ਇੱਕ ਤਸਵੀਰ ਸੋਹਣੀ ਜਿਹੀ ਤੁਹਾਨੂੰ ਨਜ਼ਰ ਆ ਜਾਏਗੀ, ਲੇਜ਼ਰ ਦਾ ਸ਼ੋਅ ਨਜ਼ਰ ਆ ਜਾਏਗਾ। ਸ਼ੋਅ ਪੀਸ ਬਣਾ ਕੇ ਧਰ ਦਿੱਤਾ ਉਸ ਇਤਿਹਾਸਕ ਥਾਂ ਨੂੰ। ਬਿਲਕੁਲ। ਤੁਸੀਂ ਰਾਹੁਲ ਗਾਂਧੀ ਦਾ ਟਵੀਟ ਪੜ੍ਹੋ, ਤੁਸੀਂ ਸੀਤਾਰਾਮ ਯੈਚੁਰੀ ਦਾ ਟਵੀਟ ਪੜ੍ਹੋ। ਉਹਨਾਂ ਨੇ ਕਿਹਾ ਵੀ ਜਿਹੜੀ ਮੌਜੂਦਾ ਸਰਕਾਰ ਆ ਇਹਨਾਂ ਨੇ ਸ਼ਹੀਦਾਂ ਦਾ ਅਪਮਾਨ ਕੀਤਾ। ਤੇ ਰਾਹੁਲ ਗਾਂਧੀ ਨੇ ਇੱਥੋਂ ਵੀ ਕਿਹਾ, ਕਹਿੰਦਾ ਮੈਂ ਸ਼ਹੀਦ ਦਾ ਬੇਟਾ ਆ, ਮੈਂ ਪੁੱਤਰ ਹਾਂ, ਮੈਨੂੰ ਪਤਾ ਵੀ ਸ਼ਹਾਦਤ ਕਿੱਦਾਂ ਦੇਸ਼ ਲਈ ਦਿੱਤੀ ਜਾ ਸਕਦੀ। ਉਹਨਾਂ ਨੂੰ ਕੀ ਪਤਾ ਜਿਹੜੇ ਸ਼ਹਾਦਤਾਂ ਨੂੰ ਬਦਲ ਰਹੇ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਜੋ ਭੂਮਿਕਾ ਆਜ਼ਾਦੀ ਦੀ ਲੜਾਈ ਦੇ ਵਿੱਚ RSS ਦੀ ਰਹੀ ਆ ਉਹ ਕਿਸੇ ਵੀ ਦੇਸ਼ ਵਾਸੀ ਦੇ ਕੋਲੋਂ ਲੁਕੀ ਛਿਪੀ ਨਹੀਂ ਹੈਗੀ। ਜਿਹੜੇ ਬੰਦੇ ਮਾਫੀਆਂ ਮੰਗ ਕੇ ਜੇਲ੍ਹਾਂ ਚੋਂ ਛੁੱਟ ਕੇ ਆਏ ਸੀ, ਪ੍ਰਧਾਨ ਮੰਤਰੀ ਉਹਨਾਂ ਦੇ ਕਮਰੇ ਵਿੱਚ ਤਾਂ ਕਾਲੇ ਪਾਣੀ ਤੱਕ ਚਲਾ ਗਿਆ ਜੀ। ਮਾਫੀ ਮੰਗਣ ਵਾਲਿਆਂ ਦੇ ਕੋਲ ਉੱਥੇ ਬਹਿ ਕੇ ਕੁਛ ਉਹਨਾਂ ਨੂੰ ਯਾਦ ਵੀ ਕੀਤਾ ਤੇ ਉਹਨੂੰ ਇੱਕ ਵੱਡੀ ਘਟਨਾ ਦੇ ਤੌਰ ਤੇ ਪੇਸ਼ ਕੀਤਾ ਗਿਆ ਜੀ। ਜਿਹੜੇ ਮਾਫੀਆਂ ਮੰਗ ਕੇ ਬਾਹਰ ਆਏ ਸੀ, ਪਰ ਜਿਨ੍ਹਾਂ ਨੇ ਸੱਚਮੁੱਚ ਆਪਣੀਆਂ ਜਾਨਾਂ ਵਾਰੀਆਂ ਸੀ ਤੇ ਜਲਿਆਂਵਾਲੇ ਬਾਗ ਦੀ ਧਰਤੀ ਲਹੂ ਲੁਹਾਨ ਹੋ ਗਈ ਸੀ, ਲਹੂ ਨਾਲ ਉਹ ਰੰਗੀ ਗਈ ਸੀ। ਉਸ ਲਹੂ ਦੀ ਰੰਗੀ ਧਰਤੀ ਤੋਂ ਹੀ ਸ਼ਹੀਦ ਊਧਮ ਸਿੰਘ ਨੇ ਉਹਦੀ ਮਿੱਟੀ ਚੱਕ ਕੇ ਸ਼ੀਸ਼ੀ ਚ ਪਾ ਲਈ ਸੀ ਇੱਕ ਚ ਆਪਣੀ ਯਾਦ ਰੱਖਣ ਲਈ, ਵੀ ਤਾਂ ਕਿ ਮੈਨੂੰ ਚੇਤਾ ਨਾ ਭੁੱਲੇ ਇਸ ਸ਼ਹੀਦਾਂ ਵਾਲੀ ਲਹੂ ਨਾਲ ਭਿੱਜੀ ਮਿੱਟੀ ਦਾ। ਬਿਲਕੁਲ 21 ਸਾਲ ਉਹਨਾਂ ਨੇ ਆਪਣੀ ਉਹ ਸ਼ੀਸ਼ੀ ਨੂੰ ਸੰਭਾਲ ਕੇ ਰੱਖਿਆ ਸੀ ਤੇ ਉਹ ਆਪਣੀ ਯਾਦ ਨੂੰ ਤਾਜ਼ਾ ਰੱਖਿਆ ਸੀ। ਤਾਂ ਜਾ ਕੇ ਉਹਨਾਂ ਨੇ ਉਹ ਜਨਰਲ ਜਿਹੜਾ ਅਡਵਾਇਰ ਸੀਗਾ ਉਹਨੂੰ ਉਹਨਾਂ ਨੇ ਮਾਰਿਆ ਸੀਗਾ। ਇੱਕ ਵੱਡੀ ਘਟਨਾ ਸੀ ਉਹ। ਇਹ ਜਲਿਆਂਵਾਲਾ ਬਾਗ ਤੱਕ ਬਹੁਤ ਛੋਟੀ ਗੱਲ ਨਹੀਂ ਹੈਗੀ। ਜਿਹਨੂੰ ਹੁਣ ਤੁਸੀਂ ਦੇਖੋ ਜਿਹੜੀਆਂ ਤਸਵੀਰਾਂ ਹੁਣ ਉੱਥੇ ਜਲਿਆਂਵਾਲੇ ਬਾਗ ਦੀਆਂ ਰਾਤ ਦੀਆਂ ਹੈਗੀਆਂ ਉਹ ਕਿਸੇ ਫਿਲਮੀ ਸੈੱਟ ਤੋਂ ਘੱਟ ਨਹੀਂ ਲੱਗਦੀਆਂ। ਜਿਹੜਾ ਇਤਿਹਾਸ ਆ ਉਹਨੂੰ ਜਿੱਦਾਂ ਇਤਿਹਾਸ ਤੇ ਇੱਕ ਮਨੋਰੰਜਨ ਦਾ ਜਿੱਦਾਂ ਕਹਿ ਲਓ ਵੀ ਦੇਖਣ ਵਾਲੀ ਪਾਰਕ ਦੇ ਰੂਪ 'ਚ ਬਦਲਿਆ ਜਾ ਰਿਹਾ ਹੈਗਾ, ਉਹਨੇ ਤੁਹਾਡੇ ਮਨ ਵਿੱਚੋਂ ਜਿਹੜਾ ਦੇਸ਼ ਭਗਤੀ ਦਾ ਜਜ਼ਬਾ ਤੇ ਮਰ ਮਿਟਣ ਵਾਲਾ ਜਜ਼ਬਾ, ਆਪਣੇ ਹੱਕਾਂ ਹਿੱਤਾਂ ਦੇ ਲਈ ਲੜਨ ਦੇ ਲਈ ਜਿਹੜਾ ਜਜ਼ਬਾ ਜਿਹਦੇ ਲਈ ਉਹ ਇਕੱਠੇ ਹੋਏ ਸੀ ਸਾਰੇ, ਕੋਈ ਉੱਥੇ ਜਾਤ ਧਰਮ ਵਾਲਾ ਬੰਦਾ ਨਹੀਂ ਸੀ। ਸਾਰੀਆਂ ਜਾਤਾਂ ਦੇ, ਸਾਰਿਆਂ ਧਰਮਾਂ ਦੇ ਸਾਰੇ ਲੋਕ ਇਕਜੁੱਟ ਤੇ ਇੱਕ ਮੁੱਠ ਹੋਏ ਸਨ, ਜਿਨ੍ਹਾਂ ਦੇ ਉੱਤੇ ਬੇਰਹਿਮੀ ਨਾਲ ਗੋਲੀਆਂ ਚਲਾਈਆਂ ਗਈਆਂ। ਉਸ ਜਗ੍ਹਾ ਨੂੰ, ਉਹ ਸ਼ਹੀਦਾਂ ਦੇ ਰਤਨ ਨਾਲ ਸਿੰਜੀ ਹੋਈ ਜਗ੍ਹਾ ਨੂੰ ਤੁਸੀਂ ਇੱਕ ਫਿਲਮੀ ਸੈੱਟ ਵਾਂਗੂ ਬਣਾ ਦਿਓ। ਜਦੋਂ ਰਾਤ ਨੂੰ ਇਦਾਂ ਦੀਆਂ ਜਿਹੜੀਆਂ ਲਾਈਟਾਂ ਆ, ਤੁਸੀਂ ਜੇ ਤਸਵੀਰਾਂ ਦੇਖੋ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਜਿਹੜਾ ਜਲਿਆਂਵਾਲਾ ਬਾਗ ਹੈ ਜੀ। ਬਿਲਕੁਲ। ਤੇ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਜਦੋਂ ਉੱਥੋਂ ਵਰਚੁਅਲ ਆਪਣੇ ਪ੍ਰਧਾਨ ਮੰਤਰੀ ਵੱਲੋਂ ਇਹਦਾ ਉਦਘਾਟਨ ਕੀਤਾ ਜਾ ਰਿਹਾ ਸੀ ਜੀ, ਉਦੋਂ ਘਟਨਾ ਇਹ ਵੀ ਵਾਪਰੀ ਆ ਜਸਵੀਰ ਜੀ ਵੀ ਉਸ ਰਸਤੇ ਨੂੰ ਦੇਖੋ, ਵਰਚੁਅਲ ਦਾ ਮਤਲਬ ਹੈ ਆਨਲਾਈਨ ਉਦਘਾਟਨ ਹੋ ਰਿਹਾ, ਉੱਥੇ ਪ੍ਰਧਾਨ ਮੰਤਰੀ ਦਾ ਆ ਨਹੀਂ ਸੀ ਰਿਹਾ ਜੀ, ਪਰ ਰਾਹ ਰੋਕ ਦਿੱਤਾ ਗਿਆ ਸੀ। ਲੋਕਾਂ ਨੂੰ ਨਾ ਤਾਂ ਉਧਰ ਹਰਿਮੰਦਰ ਸਾਹਿਬ ਵਾਲੇ ਪਾਸੇ ਜਾਣ ਦਿੱਤਾ ਗਿਆ ਸੀ, ਲੋਕ ਉੱਥੇ ਬਹਿਸਦੇ ਵੀ ਰਹੇ, ਪੁਲਿਸ ਵਾਲਿਆਂ ਨਾਲ ਬੁਰਾ ਭਲਾ ਵੀ ਕਹਿੰਦੇ ਰਹੇ
ਤੇ ਦੇਖੋ ਜੇ ਤੁਸੀਂ ਰਸਤਾ ਬੰਦ ਕਰਨਾ ਕੋਈ ਵੀ ਜਿਹੜਾ ਜਲਿਆਂਵਾਲੇ ਬਾਗ ਨੂੰ ਜਾਂਦਾ ਤੇ ਅੱਗੋਂ ਹਰਿਮੰਦਰ ਸਾਹਿਬ ਨੂੰ ਜਾਂਦਾ, ਉਹਦਾ ਇੱਕ ਤਰੀਕਾ ਹੁੰਦਾ ਵੀ ਤੁਸੀਂ ਉਹਦਾ ਬਦਲਵਾਂ ਪ੍ਰਬੰਧ ਦਿਓ। ਬਿਲਕੁਲ ਤੇ ਦੱਸੋ ਭਾਈ ਆਹ ਰਾਹ ਬੰਦ ਆ ਤੇ ਹੁਣ ਤੁਸੀਂ ਇੱਧਰ ਦੀ ਜਾਣਾ ਜੀ। ਰਾਹ ਬੰਦ ਕਰ ਦਿੱਤਾ ਗਿਆ ਤੇ ਦੱਸਿਆ ਨਹੀਂ ਗਿਆ ਲੋਕਾਂ ਨੂੰ, ਇਹ ਕਿਹਾ ਵੀ ਤੁਸੀਂ ਇੱਧਰ ਦੀ ਚੱਲ ਜਾਓ ਜਾਂ ਹੋਰ ਪਾਸੇ ਜਿੱਧਰ ਦੀ ਮਰਜ਼ੀ ਚੱਲੋ। ਇਹ ਕੋਈ ਤਰੀਕਾ ਕਾਰ ਨਹੀਂ ਹੁੰਦਾ ਇਦਾਂ ਦਾ। ਬਹੁਤੀ ਵੱਡੀ ਗੱਲ ਤਾਂ ਇਹੀ ਹੈ ਨੌਲੀ ਸਾਹਿਬ ਕਿ ਅਸੀਂ ਇਤਿਹਾਸ ਨੂੰ ਵੀ ਮਸਨੂਈ ਇਤਿਹਾਸ ਬਣਾ ਕੇ ਰੱਖ ਦਿੱਤਾ। ਉਹ ਜਿਹੜਾ ਹਕੀਕੀ ਰੂਪ ਦੇ ਵਿੱਚ ਸਾਡੇ ਕੋਲ ਸਾਰਾ ਕੁਝ ਇਤਿਹਾਸਕ ਸੀ, ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਮਸਨੂਈ ਕਰਤਾ, ਜਿਨ੍ਹਾਂ ਨੂੰ ਨਕਲੀ ਕਰਤਾ, ਨਾਟਕੀ ਕਰਤਾ ਕਿ ਹੁਣ ਵਰਚੁਅਲੀ ਅਸੀਂ ਦੇਖਾਂਗੇ। ਤੇ ਜਿਹੜੀਆਂ ਚੀਜ਼ਾਂ ਵਰਚੁਅਲੀ ਹੁੰਦੀਆਂ ਇਸ ਤਰੀਕੇ ਨਾਲ ਮਸਨੂਈ ਹੁੰਦੀਆਂ, ਉਹਨਾਂ ਦੇ ਵਿੱਚ ਸਮੇਂ ਦੇ ਨਾਲ ਕਈ ਤਬਦੀਲੀਆਂ ਆ ਜਾਂਦੀਆਂ। ਉਹ ਗੋਲੀਆਂ ਦੇ ਨਿਸ਼ਾਨ ਜਿਹੜੇ ਜਦੋਂ ਮਰਜ਼ੀ ਦੇਖ ਲਓ ਤੇ ਸਾਡੇ ਅੰਦਰ ਇੱਕੋ ਜਿਹਾ ਅਹਿਸਾਸ ਪੈਦਾ ਕਰਦੇ ਸੀ ਕਿ ਉਹ ਬਰਬਰਤਾ ਕਿਹੋ ਜਿਹੀ ਹੋਏਗੀ। ਗੋਲੀਆਂ ਚਲਾਈਆਂ ਗਈਆਂ ਜਦੋਂ ਲੋਕਾਂ ਦੇ ਉੱਤੇ, ਤੇ ਹੁਣ ਜਦੋਂ ਮਸਨੂਈ ਚੀਜ਼ਾਂ ਦੇਖਣਗੇ ਸ਼ਾਇਦ ਉਹ ਭਾਵ ਦੇਖਣ ਵਾਲਿਆਂ ਦੇ ਮਨਾਂ ਦੇ ਵਿੱਚ ਪੈਦਾ ਨਾ ਹੋਵੇ। ਹੁਣ ਡਰਾਮਾ ਬਣਾ ਕੇ ਧਰ ਦਿੱਤਾ ਗਿਆ ਇਹਨੂੰ ਨਵੀਨੀਕਰਨ ਦੇ ਨਾਮ ਤੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੋਣਗੀਆਂ, ਪਰ ਫਿਲਹਾਲ ਦੀ ਘੜੀ ਇਸ ਨਵੀਨੀਕਰਨ ਦੇ ਉੱਤੇ ਕਈ ਤਰੀਕੇ ਦੇ ਵਿਵਾਦ ਪੈਦਾ ਹੋ ਗਏ ਨੇ। ਨੌਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਫਿਲਹਾਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ, ਪਰ ਤੁਸੀਂ ਤਾਜ਼ਾ ਤਰੀਨ ਖਬਰਾਂ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।